सत श्री अकाल, स्वागत है। गौरव शुक्ला मैं हूं तुहाडे नाल ते इस बुलेटिन दा आगाज ਅਸੀਂ ਕਰਨ ਜਾ ਰਹੇ ਹਾਂ। ਇਸ ਸਮੇਂ ਦੀ ਵੱਡੀ ਖਬਰ ਦੇ ਨਾਲ ਵੱਡੀ ਖਬਰ ਅਕਾਲੀ ਦਲ ਬੀਜੇਪੀ ਗੜਜੋੜ ਦੇ ਨਾਲ ਜੁੜੀ ਹੋਈ ਹੈ ਕਿ ਅਕਾਲੀ ਦਲ ਬੀਜੇਪੀ ਗੜਜੋੜ ਦੇ ਉੱਤੇ ਖਤਰੇ ਦੇ ਬੱਦਲ ਮੰਡਰਾ ਰਹੇ ਨੇ। ਤਾਂ ਬਿਆਨ ਜਿਹੜਾ ਮਦਨ ਮੋਹਨ ਮਿੱਤਲ ਦਾ ਸਾਹਮਣੇ ਆਇਆ ਬਹੁਤ ਕੁਝ ਬਿਆਨ ਕਰਦਾ ਹੈ। ਵੱਡੀ ਖਬਰ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ। ਅਕਾਲੀ ਦਲ ਦੇ ਉੱਤੇ ਬੀਜੇਪੀ ਹੁਣ ਹਮਲਾਵਰ ਰੁਖ ਅਖਤਿਆਰ ਕਰ ਰਹੀ ਹੈ। ਪੰਜਾਬ ਬੀਜੇਪੀ ਹਮਲਾਵਰ ਰੁਖ ਅਖਤਿਆਰ ਕਰ ਰਹੀ ਹੈ। ਨਿਊਜ਼ 18 ਦੇ ਉੱਤੇ ਬੋਲੇ ਨੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਕੀ ਕਹਿ ਰਹੇ ਨੇ, ਧਿਆਨ ਦੇਣਾ। ਬਹੁਤ ਅਹਿਮ ਜਿਹੜੇ ਹਮਲੇ ਨੇ ਮਦਨ ਮੋਹਨ ਮਿੱਤਲ ਕਰ ਰਹੇ ਨੇ। ਕਹਿ ਰਹੇ ਨੇ ਅਕਾਲੀਆਂ ਤੋਂ ਬੇਅਦਬੀਆਂ ਦੇ ਦਾਗ ਨਹੀਂ ਹਟੇ। 2015 ਦਾ ਪੂਰਾ ਮਾਮਲਾ, ਮੇਰੇ ਮੂੰਹ ਤੇ ਅਜੇ ਵੀ ਲੱਗਿਆ ਤਾਲਾ। ਮਿੱਤਲ ਕਹਿ ਰਹੇ ਨੇ ਕਿ ਮੈਂ ਤਾਂ ਬਹੁਤ ਕੁਝ ਬੋਲਣਾ ਚਾਹੁੰਦਾ ਹਾਂ, ਅਜੇ ਵੀ ਮੇਰੇ ਮੂੰਹ ਤੇ ਤਾਲਾ ਲੱਗਿਆ ਹੈ। ਅਕਾਲੀ ਦਲ ਦੇ ਨਾਲ ਨਹੀਂ, ਪੰਜਾਬ ਦੇ ਲੋਕ। ਮਦਨ ਮੋਹਨ ਮਿੱਤਲ ਨਿਊਜ਼ 18 ਦੇ ਨਾਲ ਐਕਸਕਲੂਸਿਵ ਗੱਲਬਾਤ ਦੇ ਦੌਰਾਨ ਇਹ ਵੱਡਾ ਦਾਅਵਾ ਕਰਦੇ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਸਾਡੇ ਸੰਪਰਕ ਦੇ ਵਿੱਚ ਨੇ ਕਈ ਵੱਡੇ ਆਗੂ, ਹਰ ਸੀਟ ਤੇ ਸਾਡੇ ਕੋਲ ਉਮੀਦਵਾਰ ਵੀ ਹੈ। ਕਿ ਇਹ ਪੂਰਾ ਜਿਹੜਾ ਅਕਾਲੀ ਬੀਜੇਪੀ ਦਾ 9 ਮਾਸ ਦਾ ਰਿਸ਼ਤਾ ਕਿਹਾ ਜਾਂਦਾ ਹੈ ਕਿ ਹੁਣ ਉਹ ਖਤਰੇ ਦੇ ਵਿੱਚ ਪੈ ਰਿਹਾ ਹੈ, ਜਾਂ ਕਹੀਏ ਕਿ ਤਲਵਾਰ ਲਟਕ ਰਹੀ ਹੈ। ਮਦਨ ਮੋਹਨ ਮਿੱਤਲ ਦੇ ਨਾਲ ਨਿਊਜ਼ 18 ਦੇ ਪੱਤਰਕਾਰ ਪੰਕਜ ਕਬਾਹੀ ਨੇ ਖਾਸ ਗੱਲਬਾਤ ਕੀਤੀ ਹੈ। ਕਿ ਕੁਝ ਕਹਿ ਰਹੇ ਨੇ ਮਦਨ ਮੋਹਨ ਮਿੱਤਲ, ਤੁਹਾਨੂੰ ਉਹ ਸੁਣਾਵਾਂਗੇ। खेती ऑर्ਡੀਨੈਂਸ ਨੂੰ ਲੈ ਕੇ ਇੱਕ ਪਾਸੇ ਕਿਸਾਨ ਸੜਕਾਂ ਤੇ ਨੇ, ਤਾਂ ਉੱਥੇ ਹੀ ਭਾਈਵਾਲ ਅਕਾਲੀ ਦਲ ਨੇ ਵੀ ਹੁਣ 25 ਸਤੰਬਰ ਨੂੰ ਚੱਕਾ ਜਾਮ ਦਾ ਐਲਾਨ ਕਰ ਦਿੱਤਾ ਗਿਆ। ਅਕਾਲੀ ਦਲ ਵੱਲੋਂ ਕਹਿਣਾ ਹੈ ਕਿ 25 ਸਤੰਬਰ ਨੂੰ ਚੱਕਾ ਜਾਮ ਕੀਤਾ ਜਾਏਗਾ ਔਰ ਉਸ ਤੋਂ ਬਾਅਦ 1 ਤਰੀਕ ਨੂੰ ਯਾਨੀ ਕਿ 1 ਅਕਤੂਬਰ ਨੂੰ ਮਾਰਚ ਜਿਹੜਾ ਵਾ ਪੂਰੇ ਪੰਜਾਬ ਦੇ ਵਿੱਚ ਕੱਢਿਆ ਜਾਏਗਾ। ਮੇਰੇ ਨਾਲ ਮਦਨ ਮੋਹਨ ਮਿੱਤਲ ਨੇ, ਬੀਜੇਪੀ ਦੇ ਸੀਨੀਅਰ ਆਗੂ। ਮਿੱਤਲ ਸਾਹਿਬ, ਕਿਸਾਨਾਂ ਨੂੰ ਤਾਂ ਤੁਸੀਂ ਸਮਝਾ ਨਹੀਂ ਸਕੇ, ਲੇਕਿਨ ਤੁਹਾਡੇ ਆਪਣੇ ਭਾਈਵਾਲ ਹੁਣ ਪੰਜਾਬ 'ਚ ਚੱਕਾ ਜਾਮ ਕਰ ਰਹੇ ਨੇ। ये दोनों मियाँ बीवी बहुत पढ़े लिखे हैं, वित्त विषय ज़्यादा पढ़े हुए हूँ तो कढ़ भी गए। इन्हों ਨੂੰ ਸਮਝਾ ਵੀ ਦਿੱਤਾ, ਸਮਝ ਵੀ ਆਏ। ਦਿੱਲੀ ਦੇ ਜਾ ਕੇ ਸਾਡੇ ਲੀਡਰਾਂ ਨਾਲ ਗੱਲਬਾਤ ਵੀ ਕਰ ਲਈ। ਫਿਰ ਇਹਨਾਂ ਨੇ ਕਿਹਾ ਵੀ ਸੈਸ਼ਨ ਆ ਰਿਹਾ, ਸਾਨੂੰ ਲਿਖਤੀ ਚਿੱਠੀ ਦਿਓ। ਲਿਖਤੀ ਚਿੱਠੀ ਵੀ ਦੇਤੀ। ਆਮ ਕਿਸਾਨ ਕਿੱਥੋਂ ਸਮਝ ਆਣਗੇ ਜੇ ਪੜ੍ਹੇ ਲਿਖੇ ਨਹੀਂ ਸਮਝੇ। ਇਹ ਤੇ ਆਪ ਉਹਨਾਂ ਦੀ ਗੱਲਾਂ 'ਚ ਆ ਗਏ। ਆ ਬੀਬੀ ਤੇ ਅਸਤੀਫਾ ਦਵਾਤਾ। ਜਿਹੜੇ ਇਹਨਾਂ ਦੇ ਵਿਰੋਧੀ ਹੈ, ਜਿਹੜੇ ਜਿੰਜਰ ਗਰੁੱਪ ਹੈ ਅਕਾਲੀ ਦਲ 'ਚ, ਉਹ ਤਾਂ ਪਹਿਲੇ ਹੀ ਚਾਹੁੰਦੇ ਵੀ ਇਹ ਸੜਕਾਂ 'ਤੇ ਆਉਣ ਸਾਡੇ ਨਾਲ, ਔਰ ਸੜਕਾਂ 'ਤੇ ਆ ਕੇ ਉਹਨਾਂ ਨੇ ਬਾਅਦ ਦੇ ਵਿੱਚ SGPC 'ਤੇ ਕਬਜ਼ਾ ਕਰਨਾ। ਉਹ ਵਿਧਾਨ ਸਭਾ 'ਚ ਉਹਨਾਂ ਦਾ ਇੰਟਰਸਟ ਨਹੀਂ ਹੈ। ਉਹਨਾਂ ਦਾ ਇੰਟਰਸਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਕਿਉਂਕਿ ਜਿਸ ਧੜੇ ਦਾ, ਜਿਸ ਗਰੁੱਪ ਦਾ, ਜਿਸ ਅਕਾਲੀ ਫੈਕਸ਼ਨ ਦਾ SGPC 'ਤੇ ਕਬਜ਼ਾ, ਉਹਦਾ ਪੰਥ 'ਤੇ ਕਬਜ਼ਾ। ਸੋ ਤਾਂ ਇਹਨਾਂ ਨੂੰ ਆਊਟ ਕਰਨਾ ਚਾਹੁੰਦੇ, ਸਮਝਦੇ ਨਹੀਂ ਪਏ। ਕੌਣ ਭਾਈ ਸਾਡੇ ਜਿਹੜੇ ਛੱਡ ਕੇ ਜਿਹੜੇ ਮਾਰਚ ਕਰਨ ਦੀਆਂ ਗੱਲਾਂ ਕਰਦੇ ਆ, ਬਈ ਤੁਸੀਂ ਜੇ ਆਪ ਹੀ ਮਾਰਚ ਕਰਨਾ ਫਿਰ ਤੁਸੀਂ ਜ਼ਿੰਮੇਵਾਰੀ ਕਾਹਨੂੰ ਲੱਤੀ ਜੀ? ਅਸੀਂ ਇਹਨਾਂ ਨੂੰ ਸਮਝਾਵਾਂਗੇ। ਇਹਦਾ ਮਤਲਬ ਇਹ ਉਹਨਾਂ ਨੂੰ ਸਮਝਾਉਣ ਨਹੀਂ ਗਏ, ਇਹਨਾਂ ਸਮਝਾ ਸਕੇ, ਜਾਂ ਉਹ ਲੋਕ ਇਹਨਾਂ ਦੀ ਗੱਲ ਸੁਣਨ ਨੂੰ ਤਿਆਰ ਨੇ। ਸੋ ਇਸ ਕਰਕੇ ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹੁੰਦਾ, ਇਹਨਾਂ ਨੂੰ ਤਾਂ ਹੁਣ ਕੀ ਕਹਿਣਾ, ਇਹਨਾਂ ਨੂੰ ਤਾਂ ਮਾਰਚ ਕਰ ਲੈਣ ਦਿਓ। ਮਾਰਚ ਤਾਂ ਕਰਨਗੇ ਕਿਸਾਨ ਯੂਨੀਅਨ। ਉਹ ਜਿਹੜੇ ਬੰਦੇ ਕਿਸਾਨ ਯੂਨੀਅਨ ਮਾਰਚ ਕਰਨਗੇ, ਉਹ ਇਹਨਾਂ ਨੂੰ ਲੱਗੂਗਾ ਵੀ ਆ ਦੇਖੋ ਸਾਡੇ ਬੰਦੇ ਜਾ ਰਹੇ। ਹੁਣ ਇਹ ਪਤਾ ਨਹੀਂ ਵੀ ਉਹ ਕਿਸਾਨ ਯੂਨੀਅਨ ਵਾਲੇ ਇਹਨਾਂ ਨੂੰ ਵਿੱਚ ਵੜਨ ਦੇਣਗੇ ਕਿ ਨਹੀਂ ਵੜਨ ਦੇਣਗੇ। ਇਹ ਵੀ ਨਹੀਂ ਹਾਲੇ ਪਤਾ, ਕਿਉਂਕਿ ਕਿਸਾਨ ਯੂਨੀਅਨ ਵਾਲੇ ਕਹਿੰਦੇ ਕਿਸੇ ਪੋਲੀਟੀਕਲ ਪਾਰਟੀ ਨੂੰ ਸ਼ਾਮਲ ਨਹੀਂ ਹੁੰਦਾ। ਸੋ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ, ਭਾਈਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਹਾਲੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਇਹਨਾਂ ਨੂੰ ਇਕੱਠੇ ਕਰੋ, ਕੰਮ ਕਰੋ ਔਰ ਲੋਕਾਂ ਨੂੰ ਸਮਝਾਓ। ਸਾਡੀ ਜ਼ਿੰਮੇਵਾਰੀ, ਜਿਹੜੇ ਅਸੀਂ ਰਾਜਨੀਤਿਕ ਲੋਕ ਹੈ, ਸਾਨੂੰ ਲੋਕਾਂ ਨੇ ਅੱਗੇ ਕਰਿਆ ਹੋਇਆ। ਲੇਕਿਨ ਅਕਾਲੀ ਦਲ ਇਹ ਕਹਿ ਰਿਹਾ ਕਿ ਕਿਸਾਨ ਮਾਰੂ ਬਿੱਲ ਨੇ ਔਰ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਅਸੀਂ ਇਹ ਬਿੱਲ ਜਿਹੜੇ ਆ ਪਾਸ ਨਹੀਂ ਹੋਣ ਦੇਵਾਂਗੇ, ਔਰ ਪਾਸ ਤਾਂ ਹੋ ਗਏ ਨੇ। ਹੁਣ ਜੇਲ੍ਹ ਭਰੋ ਅੰਦੋਲਨ ਤੱਕ ਦੀ ਗੱਲ ਜਿਹੜੀ ਹੈ ਉਹ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੈ। ਮੈਨੇ ਪਹਿਲੇ ਇਹਨਾਂ ਨੂੰ ਇਹ ਬਿੱਲ ਬਹੁਤ ਚੰਗਾ ਲੱਗਦਾ ਸੀ, ਸਾਡੇ ਨਾਲ ਜ਼ਿਆਦਾ ਵਕਾਲਤ ਕਰਦੇ ਤੇ ਬਹੁਤ ਵਧੀਆ ਬਿੱਲ ਹੈ। ਆ ਹੁਣ ਇਹ ਬਿੱਲ 'ਚ ਕਿਹੜੀ ਨਵੀਂ ਚੀਜ਼ ਐਡ ਹੋਊਗੀ? ਜਾਂ ਤਾਂ ਦੱਸਣ ਵੀ ਕਿਆ ਕਮੀ ਹੈ। ਇਹ ਨਹੀਂ ਦੱਸਦੇ ਵੀ ਕਿਆ ਕਮੀ ਹੈ। ਇਹਨਾਂ ਦਾ ਲੀਡਰ ਨਰੇਸ਼ ਗੁਜਰਾਲ ਬੋਲਿਆ ਰਾਜ ਸਭਾ 'ਚ, ਕਹਿੰਦੇ ਦੇਖੋ ਜੀ ਕੰਮ ਤਾਂ ਕੀਤਾ ਇੰਡੀਆ ਨਹੀਂ, ਮੋਦੀ ਸਾਹਿਬ ਨੇ ਕਿਸਾਨਾਂ ਦੀ ਬਹੁਤ ਮਦਦ ਕੀਤੀ ਹੈ, ਬੜਾ ਕੰਮ ਕੀਤਾ। ਕਾਂਗਰਸ ਨੇ ਜਾਂ ਹੋਰ UPA ਨੇ ਕਿਸੇ ਨੇ ਨਹੀਂ ਕੀਤਾ ਜੋ ਮੋਦੀ ਸਾਹਿਬ ਨੇ ਕਰਤਾ। ਪਰ ਇਹ ਬਿੱਲਾਂ ਦਾ ਅਸੀਂ ਵਿਰੋਧ ਕਰਦੇ ਹਾਂ। ਬਿੱਲ ਦੀ ਕੋਈ ਕਲਾਸ ਤਾਂ ਦੱਸਣ ਵੀ ਕਾਹਦਾ ਵਿਰੋਧ ਕਰਦੇ। ਹਰਸਿਮਰਤ ਕੌਰ ਬਾਦਲ ਕਹਿ ਰਹੇ ਲਗਾਤਾਰ ਕਿ ਮੈਂ ਸਰਕਾਰ ਨੂੰ ਬੇਹੱਦ ਕਿਹਾ ਕਿ ਕਿਸਾਨਾਂ ਦੇ ਸ਼ੰਕੇ ਦੂਰ ਕਰਨ। ਕਿਸਾਨਾਂ ਦੇ ਬਹੁਤ ਸਾਰੇ ਸ਼ੰਕੇ ਨੇ, ਲੇਕਿਨ ਕੇਂਦਰ ਸਰਕਾਰ ਨੂੰ ਮੈਂ ਸਮਝਾਉਣ 'ਚ
ਕਾਮਯਾਬ ਨਹੀਂ ਹੋ ਸਕੀ, ਇਸ ਕਰਕੇ ਮੈਨੂੰ ਅਸਤੀਫਾ ਦੇਣਾ ਪਿਆ। ਪੰਜਾਬ ਦੀ ਧੀ ਹੈ, ਕਿਸਾਨਾਂ ਦੀ ਧੀ ਕਹਿੰਦੀ ਆਪਣੇ ਆਪ ਨੂੰ। ਮੈਂ ਵੀ ਕਿਸਾਨ ਦਾ ਪੁੱਤ ਹੈ, ਮੈਂ ਵੀ ਕਿਸਾਨ ਹੈ, ਮੇਰੇ ਸਹੁਰੇ ਵੀ ਕਿਸਾਨ ਹੈ, ਮੇਰੇ ਨਾਨਕੇ ਵੀ ਕਿਸਾਨ ਹੈ, ਮੇਰੀ ਮਾਂ ਵੀ ਕਿਸਾਨਾਂ ਦੀ ਧੀ ਸੀ, ਮੇਰੀ ਪਤਨੀ ਵੀ ਕਿਸਾਨਾਂ ਦੀ ਧੀ ਹੈ। ਤੇ ਮੈਂ ਆਪਣੇ ਆਪ ਨੂੰ ਜੱਟ ਕਹਿੰਦਾ, ਮੈਂ ਆਪ ਕਹਿੰਦਾ ਮੈਂ ਜੱਟ ਹੈ। ਲੇਕਿਨ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਲੋਕਾਂ ਨੂੰ ਸਮਝਾਉਣਾ ਵੀ ਤੂੰ ਇੰਨੀਆਂ ਵੋਟਾਂ ਲੈ ਕੇ ਲੋਕ ਸਭਾ ਦੀ ਸਦੱਸ ਬਣੀ ਹੈ, ਉਹਨੂੰ ਵਿੱਚ ਜਾਣਾ ਚਾਹੀਦਾ ਤਾਂ ਲੋਕਾਂ ਦੇ। ਉਹਨਾਂ ਨੇ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜਦੋਂ ਪਿੰਡ ਬਾਦਲ ਚ ਆ ਕੇ ਕਿਸਾਨਾਂ ਨੇ ਧਰਨਾ ਲਾ ਲਿਆ ਔਰ ਉੱਤੇ ਪੁਤਲੇ ਫੂਕਤੇ ਮੁਰਦਾਬਾਦ ਜਿੰਦਾਬਾਦ ਹੀ, ਉਹਦੇ ਘਬਰਾ ਕੇ ਇਹਨਾਂ ਨੇ ਕਿਹਾ ਵੀ ਇਹਨਾਂ 'ਚ ਰਲ ਜਾਓ, ਅਸੀਂ ਕਿੱਥੇ ਇਹਨਾਂ ਨੂੰ। ਕਿ ਅਕਾਲੀ ਦਲ ਇਸ ਤਰੀਕੇ ਨਾਲ ਕਿਉਂ ਕਰ ਰਿਹਾ ਹੈ? ਅਕਾਲੀ ਦਲ ਤਾਂ ਕਹਿ ਰਿਹਾ ਕਿ ਕਿਸਾਨ ਮਾਰੂ ਬਿੱਲ ਨੇ। ਅਕਾਲੀ ਦਲ ਕਹੀ ਜਾਵੇ ਕਿਸਾਨ ਮਾਰੂ ਦਿਲ, 15 ਦਿਨ ਬਾਅਦ ਤੁਹਾਡੇ ਸਾਹਮਣੇ ਆ ਜਾਣਾ। ਮੇਰਾ ਪ੍ਰਧਾਨ ਮੰਤਰੀ ਕਹਿ ਰਿਹਾ ਹੈ, ਮੇਰਾ ਐਗਰੀਕਲਚਰ ਮਿਨਿਸਟਰ ਕਹਿ ਰਿਹਾ ਹੈ, ਮੇਰੀ ਪਾਰਟੀ ਦਾ ਪ੍ਰਧਾਨ ਕਹਿ ਰਿਹਾ, ਮੇਰੀ ਪਾਰਟੀ ਦਾ ਹੋਮ ਮਿਨਿਸਟਰ ਕਹਿ ਰਿਹਾ, ਮੇਰੀ ਪਾਰਟੀ ਦਾ ਡਿਫੈਂਸ ਮਿਨਿਸਟਰ ਕਹਿ ਰਿਹਾ, ਔਰ ਮੇਰੀ ਪਾਰਟੀ ਕਰ ਮੈਂ ਕਹਿ ਰਿਹਾ, ਮੇਰਾ ਪੰਜਾਬ ਦਾ ਪ੍ਰਧਾਨ ਕਹਿ ਰਿਹਾ। ਔਰ ਮੈਂ ਹੁਣ ਫਿਰ ਤੁਹਾਡੇ ਜ਼ਰੀਏ ਕਹਿਣਾ ਕਿ ਕਿਸਾਨਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਉਣਾ ਹੈ ਕਿ ਜਿਹੜਾ ਗਲਤਫਹਿਮੀ ਕਰਤੀ ਜੀ MSP ਖਤਮ ਹੋ ਜਾਊਗੀ। MSP ਖਤਮ ਕਰਨ ਦੀ ਤਾਂ ਇਸ ਐਕਟ 'ਚ ਕਿਤੇ ਗੱਲੇ ਨਹੀਂ ਲਿਖੀ ਗਈ। ਇਹ ਸਿਰਫ ਇੰਨੀ ਗੱਲ ਕੀ ਹੈ ਵੀ ਜੇ ਮੰਡੀ ਤੋਂ ਇਲਾਵਾ ਕਿਸੇ ਕਿਸਾਨ ਨੂੰ ਕਿਤੇ ਵੱਧ ਪੈਸੇ ਮਿਲਦੇ ਆ, ਵੱਧ ਕੀਮਤ ਤੇ ਵੇਚਣਾ ਚਾਹੁੰਦਾ ਹੈ, ਤਾਂ ਇੱਕ ਅਲੱਗ ਡੈਜ਼ਿਗਨੇਟਡ ਮੰਡੀ ਹੋਰ ਕਰਤੀ, ਉੱਤੇ ਜਾ ਕੇ ਵੇਚ ਦਿਓ। ਕਿਆ ਉਹਦਾ ਫਾਇਦਾ ਕੀ ਹੈ? ਉਸ ਮੰਡੀ 'ਚ ਕੋਈ ਟੈਕਸ ਨਹੀਂ ਲੱਗੂਗਾ। ਉਸ ਮੰਡੀ 'ਚ ਆੜਤ ਦਾ ਖਰਚਾ, ਰੂਰਲ ਡਿਵੈਲਪਮੈਂਟ ਦੀ ਤਨਖਾਹ, ਹੋਰ ਕੈਂਸਰ ਫਲਾਣਾ ਜਿਹੜੇ। ਲੇਕਿਨ ਅਕਾਲੀ ਦਲ ਨੂੰ ਤੁਸੀਂ ਕਿਉਂ ਨਹੀਂ ਸਮਝਾ ਪਾ ਰਹੇ? ਕੰਪਲੀਟ ਕਰ ਦਿਓ। 14% ਜਿਹੜੇ ਟੈਕਸ ਲੱਗਣੇ ਆ ਉਹ ਤੇ ਨਹੀਂ ਲੱਗਣਗੇ। ਔਰ 14% ਦੀ ਬਚਤ 'ਚ ਅਗਰ ਕੁਆਲਿਟੀ ਫੂਡ ਆਉਂਦਾ ਹੈ, ਅਗਰ ਕੋਈ ਕੰਪਨੀ ਆ ਕੇ 10% 15% ਕਿੰਨਾ ਖਰੀਦ ਲੈਣਗੇ? ਕੰਪਨੀ ਵਾਲੇ 15% ਖਰੀਦ ਲੈਣਗੇ। ਜੋ 10-15% MSP ਰੇਟ ਤੋਂ ਜੇ ਉਹਨਾਂ ਨੂੰ 14% ਦਾ ਫਾਇਦਾ ਹੁੰਦਾ, 5% ਇੱਧਰ ਵੱਧ ਦੇ ਦੇਣਗੇ ਤੇ ਕਿਸਾਨ ਨੂੰ ਤੇ 5% ਵੱਧ ਮਿਲ ਜਾਣ, ਉਹੀ ਬਹੁਤ ਹੈ। ਸੋ ਸਾਡਾ ਮਨਸ਼ਾ ਜਿਹੜਾ ਮੋਦੀ ਸਾਹਿਬ ਦੀ ਸ਼ਬਦ ਲੱਤੀ ਵੀ, ਜਿਹੜਾ ਮੋਦੀ ਸਾਹਿਬ ਨੇ ਪ੍ਰੋਗਰਾਮ ਰੱਖਿਆ, ਉਹਨਾਂ ਨੇ ਕਿਹਾ ਕਿ 2024 ਤੱਕ ਮੈਂ ਕਿਸਾਨ ਦੀ ਇਨਕਮ ਡਬਲ ਕਰਨੀ ਹੈ, ਮੈਂ ਕਿਸਾਨ ਦੀ ਕੈਸ਼ ਕ੍ਰੌਪ ਵਧਾਉਣੀ ਹੈ, ਮੈਂ ਕਿਸਾਨ ਦੀ ਡਾਈਵਰਸਿਫਿਕੇਸ਼ਨ ਕਰਨੀ ਹੈ। ਔਰ ਹੁਣ ਜੇ ਬਹੁਤੇ ਕਿਸਾਨ ਦੇ ਹਮਦਰਦ ਹੈ, ਕਪਾਹ ਕਿਉਂ ਨਹੀਂ ਪੂਰੇ ਰੇਟ ਤੇ ਖਰੀਦਦੇ, ਮੱਕੀ ਕਿਉਂ ਨਹੀਂ ਖਰੀਦਦੇ? ਮੱਕੀ ਦੇ ਰੇਟ ਜਿਹੜੇ ਮੁਕਰਰ ਕੀਤੇ ਹੈ ਕਿ ਜੀ ਵਪਾਰੀ ਨਹੀਂ ਖਰੀਦਦਾ ਪੂਰੇ ਰੇਟ ਤੇ, ਜਾਂ ਮੇਲਾ ਵਾਲਾ ਨਹੀਂ ਖਰੀਦਦਾ, ਤੁਸੀਂ ਆਪ ਖਰੀਦੋ। ਜੇ ਤੁਸੀਂ ਆਪਣੇ ਆਪ ਕਹਿੰਦੇ ਅਸੀਂ ਕਿਸਾਨ ਦੇ ਹਮਦਰਦ ਹਾਂ, ਮੈਂ ਕੈਪਟਨ ਸਾਹਿਬ ਨੂੰ ਕਹਿੰਦਾ ਕਿਉਂ ਨਹੀਂ ਪੂਰੀ ਕੀਮਤ ਤੇ ਖਰੀਦਦੇ? ਸਰਕਾਰ ਖਰੀਦ ਕੇ ਰੱਖੇ। ਐਵੇਂ ਹਮਦਰਦੀ ਕਰੀ ਜਾਣ ਤੇ ਕਹਿੰਦੇ ਘਰ-ਬਾਰ ਤੁਹਾਡਾ, ਕਿਸੇ ਨੂੰ ਹੱਥ ਲਾਇਓ ਨਾ। ਤੇ ਜੇ ਘਰ-ਬਾਰ ਤੁਹਾਡਾ ਵੀ ਉਹਨਾਂ ਨੂੰ ਕਹੋ ਵੀ ਲੁੱਟ ਲਓ, ਵੀ ਜੋ ਚੱਕ ਕੇ ਲਿਆਣਾ ਲੈ ਜਾਓ, ਝੋਲੇ ਭਰ ਲਓ। ਲੇਕਿਨ ਅਕਾਲੀ ਦਲ ਸੱਤਾ ਤੋਂ ਬਾਹਰ ਹੋ ਗਿਆ। ਹੁਣ ਅਕਾਲੀ ਦਲ ਇਹ ਵੀ ਕਹਿ ਰਿਹਾ ਕਿ ਅਗਲੇ 4 ਦਿਨਾਂ 'ਚ ਜਦੋਂ ਸੁਖਬੀਰ ਬਾਦਲ ਪੂਰੇ ਪੰਜਾਬ ਦਾ ਦੌਰਾ ਕਰਨਗੇ ਤਾਂ ਇਹ ਤੈਅ ਕੀਤਾ ਜਾਏਗਾ ਕਿ NDA ਦਾ ਹਿੱਸਾ ਰਹਿਣਾ ਜਾਂ ਨਹੀਂ ਰਹਿਣਾ। ਜਾਣਕਾਰੀ ਇਹ ਮਿਲ ਰਹੀ ਹੈ ਕਿ ਅਕਾਲੀ ਦਲ ਨੇ ਤੈਅ ਕਰ ਲਿਆ ਕਿ ਹੁਣ NDA ਦਾ ਹਿੱਸਾ ਨਹੀਂ ਰਹਿਣਾ। ਉਹਨਾਂ ਨੇ ਜੋ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ ਉਹ ਠੀਕ ਹੈ, ਉਹਨਾਂ ਨੇ ਜੋ ਕਰਨਾ ਉਹ ਹੀ ਕਰਨਾ। ਉਹ ਸਿਰਫ ਹੁਣ ਲੋਕਾਂ 'ਚ ਇਹ ਦਿਖਾਉਣਾ ਚਾਹੁੰਦਾ ਵੀ ਇਹ ਤਾਂ ਤੁਹਾਡੇ ਕਰਕੇ ਹੈ, ਪੰਜਾਬ ਦੇ ਲੋਕ ਹਲੇ ਉਹਨਾਂ ਨਾਲ ਨਹੀਂ ਹੈ। ਇਸੇ ਕਰਕੇ ਮੈਂ ਕਿਹਾ ਤਾਂ ਹੁਣ ਵੀ ਕਹਿ ਰਿਹਾ ਕਿ ਅੱਜ ਅਕਾਲੀ ਦਲ 94 ਸੀਟਾਂ ਲੜੇ ਤੇ ਅਸੀਂ 23 ਲੜੀਏ, ਅਕਾਲੀ ਦਲ ਦੀ ਮੈਜੋਰਟੀ ਨਹੀਂ ਆ ਸਕਦੀ। ਅਗਰ ਅਸੀਂ ਬਰਾਬਰ ਸੀਟਾਂ ਲੜਾਂਗੇ ਤਾਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਹੈ ਵੀ ਇਹ ਮੋਦੀ ਸਾਹਿਬ ਦੀ ਕਮਾਂਡ ਹੇਠ ਚੁਣਾਵ ਲੜਨਾ ਹੈ। ਮੋਦੀ ਸਾਹਿਬ ਸਾਡੇ ਪਿੱਛੇ ਖੜੇ ਆ, ਸਾਡਾ ਹੱਕ ਸਾਡੇ ਇਹਨਾਂ ਦੀ ਰੱਖਿਆ ਹੋਏਗੀ। ਲੇਕਿਨ ਅਕਾਲੀ ਦਲ ਤਾਂ ਇਹ ਕਹਿ ਰਿਹਾ ਕਿ ਅਸੀਂ 117 ਦੀਆਂ 17 ਸੀਟਾਂ, ਨਰੇਸ਼ ਗੁਜਰਾਲ ਹੋਰਾਂ ਨਾਲ ਮੇਰੀ ਗੱਲ ਹੋ ਰਹੀ ਸੀ, ਉਹ ਕਹਿ ਰਹੇ ਕਿ 117 ਨਹੀਂ, ਸਾਡੇ ਕੋਲ ਤਾਂ 234 ਕੈਂਡੀਡੇਟ ਹੈ। ਮੈਂ ਤਾਂ ਕਿਉਂ 135 ਲੜ ਲੈਣ ਭਾਵੇਂ। ਸਵਾਲ ਇਹ ਹੈ ਵੀ ਨੀਚੇ ਕਿਆ ਹੈ। ਹਾਲ ਤਾਂ ਉਹਨਾਂ ਨੂੰ ਬਾਬਾ ਜਿਹੜਾ ਰਹੀਮ ਹੈ ਉਹ ਨਹੀਂ ਉਹਨਾਂ ਦੇ ਗਲੋਂ ਲੱਗਦਾ ਪਿਆ। ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਹੋਇਆ, ਗੋਲੀ ਚੱਲੀ ਹੈ, ਹਾਲ ਤਾਂ ਉੱਥੋਂ ਨਹੀਂ ਉਹਨਾਂ ਦਾ ਪੈਂਡਾ ਛੁੱਟਦਾ। ਮੈਂ ਕਹਿਣਾ ਨਹੀਂ ਚਾਹੁੰਦਾ, ਮੇਰੀ ਜ਼ੁਬਾਨ ਤੇ ਤੁਹਾਨੂੰ ਲੱਗਦਾ ਕਿ ਉਹ ਜ਼ਿੰਮੇਵਾਰ ਨੇ। ਤਾਲਾ ਕਿਉਂ ਲੱਗਾ ਤੁਹਾਡੀ ਜ਼ੁਬਾਨ ਤੇ? ਉਹ ਜਿਹੜੇ ਭਰਾ ਰਹੇ ਹਨ ਉਹਨੂੰ ਨਿੰਦੀ ਵੀ ਕਿਵੇਂ? ਲੋਕ ਨਿੰਦਦੇ, ਮੈਂ ਨਹੀਂ ਨਿੰਦਾ, ਲੋਕ ਨਿੰਦਦੇ ਆ। ਇਸ ਕਰਕੇ ਉਹਨਾਂ ਨੇ ਨਹੀਂ ਕੀਤਾ, ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀ ਉਹਨਾਂ ਨੇ ਨਹੀਂ ਕੀਤੀ। ਮੈਂ ਕਹਿੰਦਾ ਇਹ ਗੱਲ, ਮੈਂ ਵੀ ਸਰਕਾਰ 'ਚ ਸੀ। ਔਰ ਜਿਹੜਾ ਉੱਥੇ ਗੋਲੀकांड ਹੋਇਆ ਉਹਦੇ 'ਚ ਉਹਨਾਂ ਦਾ ਕੋਈ ਹੱਥ ਨਹੀਂ। ਉੱਥੇ ਦੇ ਹਾਲਾਤ ਦੇ ਮੁਤਾਬਕ ਜੋ ਅਧਿਕਾਰੀ ਤੇ ਉਹਨਾਂ ਨੇ ਫੈਸਲਾ ਕੀਤਾ, ਗੋਲੀ ਚਲਾਤੀ। ਜਾਂ ਜਿਹੜਾ ਇੱਥੇ ਗੋਲੀ ਚੱਲੀ ਹੈ, ਜਾਂ ਜਿਹੜਾ ਬਾਬਾ ਰਾਮ ਰਹੀਮ ਦਾ ਕਿੱਸਾ,
ਉਹ ਵੀ ਉਹਨਾਂ ਦਾ ਆਪਣਾ ਕਿੱਸਾ, ਸਾਡਾ ਨਹੀਂ ਹੈ। ਕੀ ਕਿੱਸਾ ਕੀ ਹੋ? ਲੇਕਿਨ ਆਈ ਕਿੱਸਾ ਜਿਹੜਾ ਉਹਨੂੰ ਮਾਫ ਕਰਤਾ ਬਿਨਾਂ ਅਕਾਲ ਤਖਤ ਦੇ ਪੇਸ਼ ਹੋਏ, ਉਹਦੇ ਪਿੱਛੇ ਸਿੱਖਾਂ ਨੇ ਮਾਫ ਨਹੀਂ ਕੀਤਾ। ਸੋ ਇਸ ਕਰਕੇ ਇਹ ਮੁੱਦੇ ਜਿਹੜੇ ਹੈ, ਇਸੇ ਕਰਕੇ ਮੈਂ ਉਹਨਾਂ ਨੂੰ ਕਿਹਾ ਵੀ ਤੂੰ ਸਾਨੂੰ ਲੜਨ ਦੋ 59 ਸੀਟਾਂ, ਤੁਸੀਂ ਲੜੋ 58, ਸਾਂਝੀ ਸਰਕਾਰ ਬਣਾ ਕੇ ਤੁਹਾਨੂੰ ਦੇਵਾਂਗੇ। ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਡੇ ਜ਼ਰੀਏ ਆਪਣੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ, ਕਿਸਾਨ ਭੈਣਾਂ ਨੂੰ, ਔਰ ਜਿਹੜੇ ਲੋਕ ਸੜਕ ਤੇ ਆਏ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦੇਣਾ ਚਾਹੁੰਦਾ, ਇਸ ਗੱਲ ਦਾ ਯਕੀਨ ਦਿਵਾਉਣਾ ਚਾਹੁੰਦਾ ਕਿ ਨਾ ਤਾਂ ਮੰਡੀ ਬੰਦ ਹੋਊਗੀ, ਨਾ MSP ਖਤਮ ਹੋਊਗੀ। MSP ਕਿਵੇਂ ਖਤਮ ਹੋ ਸਕਦੀ ਹੈ? ਐਡੀ ਵੱਡੀ ਗਿਣਤੀ 'ਚ ਕਿਸਾਨ ਹੋਵੇ, ਤੁਸੀਂ ਉਹਨਾਂ ਨੂੰ ਜੇ ਫਸਲ ਦਾ ਵਾਜਬ ਕੀਮਤ ਨਹੀਂ ਦੋਗੇ ਤੇ ਕਿਸਾਨ ਬਚੇਗਾ ਕਿਵੇਂ? ਲੇਕਿਨ ਅਗਰ ਉਹਨਾਂ ਨੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਤਾ, 25 ਤਰੀਕ ਨੂੰ ਚੱਕਾ ਜਾਮ ਤਾਂ ਕਰ ਹੀ ਰਹੇ ਨੇ, ਅਗਰ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਤਾ ਤਾਂ BJP ਮੈਨੂੰ ਲੱਗਦਾ ਕਿ ਨੁਕਸਾਨ ਬੇਹੱਦ ਹੋਏਗਾ ਪੰਜਾਬ। ਨਹੀਂ, ਸਾਡਾ ਕੋਈ ਨੁਕਸਾਨ ਨਹੀਂ ਹੁੰਦਾ। 1 ਅਪ੍ਰੈਲ ਤੋਂ ਫਸਲ ਆ ਰਹੀ, ਸਾਹਮਣੇ ਆ ਜਾਣਾ ਸਾਰਾ ਕੁਝ, ਅਸੀਂ ਚੁੱਕਾਂਗੇ ਫਸਲ। ਰੋਕੋਗੇ ਉਹਨਾਂ ਨੂੰ ਕਿ 25 ਤਰੀਕ ਨੂੰ ਜਿਹੜਾ ਵਾ ਚੱਕਾ ਜਾਮ ਨਾ ਕਰਨ? ਰੋਕਣ ਵਾਲਾ ਮੈਂ ਕੌਣ ਹੈ? ਉਹਨਾਂ ਤੋਂ ਹੱਦ ਤੋਂ ਜ਼ਿਆਦਾ ਅਕਲਮੰਦ ਹੈ। ਮੈਂ ਤਾਂ ਇਹ ਕਹਿੰਦਾ, ਮੈਂ ਉਹਨਾਂ ਨੂੰ ਅਪੀਲ ਕਰਦਾ, ਬੇਨਤੀ ਕਰਦਾ ਕਿ ਚੱਕਾ ਜਾਮ ਕਰਨ ਦੀ ਬਜਾਏ ਟੇਬਲ ਤੇ ਆ ਕੇ ਬੈਠਣ, ਗੱਲ ਕਰਨ, ਜਿਹੜਾ ਉਹਦਾ ਖਰਚਾ ਲਿਆ ਉਹ ਦੂਰ ਕਰਦੀ। ਟੇਬਲ ਤੇ ਤਾਂ ਬੈਠਦੇ ਨਹੀਂ, ਉਹ ਤਾਂ ਹੁਣ ਅਸੀਂ ਸ਼ੁਰੂ ਕਰਨ ਲੱਗੇ ਹਾਂ ਕੰਮ, ਜਿਹੜਾ ਇਹਨਾਂ ਦੀ ਡਿਊਟੀ ਲਾਈ ਸੀ, ਉਹ ਤਾਂ ਆਪ ਹੀ ਫਸ ਗਏ ਵਿੱਚ। ਤੁਸੀਂ ਅਜੇ ਵੀ ਤੁਹਾਨੂੰ ਲੱਗਦਾ ਹੈ ਕਿ 59 ਸੀਟਾਂ ਤੇ BJP ਨੂੰ ਲੜਨਾ ਚਾਹੀਦਾ, ਇਕੱਲੇ ਨਹੀਂ ਲੜਨਾ ਚਾਹੀਦਾ? ਕਿਉਂਕਿ ਉਹ ਤਾਂ ਇਕੱਲੇ ਲੜਨ ਨੂੰ ਤਿਆਰ ਬੈਠੇ, ਉਹ ਤੇ ਨਹੀਂ ਕਿ ਵੀ ਇਕੱਲੇ ਲੜਨਾ ਚਾਹੀਦਾ। ਨਹੀਂ, ਉਹ ਤਿਆਰ ਬੈਠੇ, ਅਕਾਲੀ ਦਲ ਤਿਆਰ ਬੈਠਾ, ਅਗਲੇ ਤਾਂ ਅਸੀਂ ਵੀ ਇਕੱਲੇ ਲੜ ਲਾਂਗੇ, ਸਾਨੂੰ ਕੀ ਹੈ? ਤੁਹਾਡੇ ਕੋਲ ਹੈ 117 ਸਾਡੇ ਕੈਂਡੀਡੇਟ, ਕੋਲ 117 ਦੀ 120 ਕੈਂਡੀਡੇਟ ਹੈ, ਲੇਕਿਨ ਜਿੱਤਣ ਵਾਲੇ ਹੈ, ਕਿਉਂਕਿ ਸ਼ਹਿਰੀ ਵੋਟ ਕਿਹਾ ਜਾਂਦਾ ਵਾ, ਪਿੰਡਾਂ 'ਚ ਵੋਟ ਨਹੀਂ ਕਿਹਾ ਜਾਂਦਾ। ਸਾਡੇ ਕੋਲ ਬਹੁਤ ਲੋਕ ਆਉਣ ਨੂੰ ਤਿਆਰ ਬੈਠੇ, ਇਹਨਾਂ ਦੇ ਘਰ ਚੋਂ ਆਉਣ ਨੂੰ ਤਿਆਰ ਬੈਠੇ। ਅਕਾਲੀ ਦਲ ਦੇ ਲੀਡਰ ਤੁਹਾਡੇ ਕੋਲ? ਅਕਾਲੀ ਦਲ ਦੇ ਆਉਣ ਨੂੰ ਤਿਆਰ ਹੈ, ਕਾਂਗਰਸ ਦੇ ਆਉਣ ਨੂੰ ਤਿਆਰ ਹੈ, ਆਪ ਚੋਂ ਆਉਣ ਨੂੰ ਤਿਆਰ ਹੈ। ਅਸੀਂ ਤਾਂ ਸਿਰਫ ਦਰਵਾਜ਼ੇ ਨਹੀਂ ਖੋਲ ਰਹੇ। ਅਕਾਲੀ ਦਲ ਲਈ ਵੀ ਨਹੀਂ ਤੁਸੀਂ ਦਰਵਾਜ਼ੇ ਖੋਲ ਰਹੇ? ਮੈਂ ਤਾਂ ਜਿਹੜਾ ਵੀ ਕੋਈ ਸਾਡੇ ਵਿਚਾਰਾਂ ਨਾਲ ਸਹਿਮਤ ਹੋ ਕੇ ਆਊਗਾ, ਅਸੀਂ ਤਾਂ ਉਹਨੂੰ ਐਂਟਰਟੇਨ ਕਰਾਂਗੇ। ਨਾ ਦੱਸ ਸਕਦੇ ਹੋ ਜਾਂ ਹੱਲੇ ਪੱਤੇ ਨਹੀਂ ਖੋਲੋਗੇ ਅਕਾਲੀ ਦਲ ਦੇ ਕਿਹੜੇ ਲੀਡਰ ਆਉਣ ਨੂੰ ਤਿਆਰ? ਨਹੀਂ, ਇਹ ਨਹੀਂ ਦੱਸ ਸਕਦੇ, ਇਹ ਨਹੀਂ ਦੱਸ ਸਕਦੇ। ਵੱਡੇ ਲੀਡਰ ਹੈ ਕੋਈ ਸਾਬਕਾ ਮੈਂਬਰ ਪਾਰਲੀਮੈਂਟ ਨੇ, ਸਾਬਕਾ ਮੈਂਬਰ ਪਾਰਲੀਮੈਂਟ ਨੇ ਕੋਈ ਮੌਕੇ ਤੇ ਯਾਨੀ BJP ਨੇ ਤਿਆਰੀ ਕੱਸੀ ਹੋਈ ਹੈ ਕਿ ਅਗਰ ਵਕਤ ਹੁੰਦਾ ਤਾਂ ਜਿਹੜੇ ਤਿਆਰ ਆਉਣ ਨੂੰ ਤਿਆਰ ਨੇ। ਅਸੀਂ ਹਾਲੇ ਤੇ ਕੋਈ ਬਿਆਨ ਨਹੀਂ ਦੇਣਾ ਕਿ ਵੀ ਅਸੀਂ 117 ਲੜਨੀਆਂ ਕਿੰਨੀਆਂ। ਹਾਂ, 59 ਸੀਟਾਂ ਤੇ ਅਸੀਂ ਖੜੇ ਆ। ਅਗਰ ਜੇ ਅਕਾਲੀ ਦਲ ਕਹਿੰਦੇ ਵੀ ਅਸੀਂ ਬਹੁਤ ਤਕੜੇ ਆ ਤਾਂ ਫਿਰ ਸਾਨੂੰ ਉਦੋਂ ਹੱਥ ਕਰਕੇ ਦੇਖ ਲਓ। ਉਹ ਫਿਰ ਅਸੀਂ ਵੀ ਜੱਟ ਹੈ, ਅਸੀਂ ਵੀ ਤਾਂ ਜੱਟਨ ਤਾਂ ਕੋਈ ਚੈਲੰਜ ਕਰ ਦੇਵੇ ਤੇ ਜੱਟ ਤਾਂ ਮਰ ਜਾਂਦਾ। ਸੋ ਅਸੀਂ ਵੀ ਫਿਰ ਜੱਟ ਹੈ, ਅਸੀਂ ਕਿਹੜਾ ਕੋਈ ਲਾਲੇ ਆ, ਤੇ ਲੜ ਲਾਂਗੇ ਜੇ ਇਹਨਾਂ ਦੀ। BJP ਨੂੰ ਲਾਲਿਆਂ ਦੀ ਪਾਰਟੀ ਕਿਹਾ ਜਾਂਦਾ। ਅਸੀਂ ਲਾਲਿਆਂ ਦੀ ਪਾਰਟੀ ਨਹੀਂ, ਜੱਟਾਂ ਦੀ ਪਾਰਟੀ ਹੈ। ਔਰ ਜੱਟਾਂ ਦੀ ਪਾਰਟੀ 117 ਲਈ ਅਗਰ ਅਕਾਲੀ ਦਲ ਵੱਖਰੀ ਹੁੰਦੀ ਤਾਂ ਪੂਰੀ ਤਰੀਕੇ ਨਾਲ ਤਿਆਰ ਹੈ, ਔਰ ਅਕਾਲੀ ਦਲ ਦੇ ਬੰਦੇ ਹਾਈ ਕਮਾਂਡ ਅਗਰ ਇਜਾਜ਼ਤ ਦਊਗਾ ਤਾਂ ਅਸੀਂ 117 ਲੜ ਲਾਂਗੇ। ਹਾਈ ਕਮਾਂਡ ਇਹ ਗੱਲ ਦਾ ਫੈਸਲਾ ਹਾਈ ਕਮਾਂਡ ਕਰੇਗਾ, ਮੈਨੂੰ ਅਧਿਕਾਰ ਨਹੀਂ ਪਤਾ ਲੱਗਾ। ਹਾਂ, ਮੈਂ ਇਹ ਅਧਿਕਾਰ ਮੈਨੂੰ ਜ਼ਰੂਰ ਹੈ ਕਿ ਮੈਂ ਕਹਿ ਸਕਦਾ ਵੀ ਅਕਾਲੀ ਦਲ ਨੂੰ ਬਈ ਤੁਸੀਂ ਬੰਦੇ ਬਣੋ, ਕਿਉਂ ਪੰਜਾਬ ਦੇ ਹਾਲਾਤ ਖਰਾਬ ਕਰਦੇ ਆ। ਪਹਿਲੇ ਬਥੇਰਾ ਇੱਥੇ ਲਹੂ ਵੱਢ ਲਿਆ। ਤਾਂ ਲੱਗਦਾ ਕਿ ਉਹ ਜਿਹੜਾ ਕਾਲੇ ਦੌਰ ਦੀ ਗੱਲ ਕੁਝ ਪਾਰਟੀਆਂ ਕਹਿ ਰਹੀਆਂ ਕਿ ਉਹ ਕਾਲਾ ਦੌਰ 80-90 ਦਾ ਦਸ਼ਕ ਉਹ ਫੇਰ ਆ ਸਕਦਾ ਜਿਸ ਤਰੀਕੇ ਨਾਲ ਕਿਸਾਨ ਬੈਠੇ ਹੋਏ। ਉਹਦੇ ਵਾਸਤੇ ਅਕਾਲੀ ਦਲ ਔਰ ਕਾਂਗਰਸ ਦੋਨੋਂ ਜ਼ਿੰਮੇਦਾਰ ਹੋਣਗੇ ਅਗਰ ਉਹ ਦੌਰ ਆਏਗਾ। ਬਟ ਉਹ ਦੌਰ ਨਹੀਂ ਆਏਗਾ ਕਿਉਂਕਿ ਕੇਂਦਰ 'ਚ ਮੋਦੀ ਸਾਹਿਬ ਬੈਠੇ। ਨਵਜੋਤ ਸਿੱਧੂ ਵੀ ਕੱਲ ਸੜਕਾਂ ਤੇ ਆ ਰਹੇ, ਅੰਮ੍ਰਿਤਸਰ ਆ ਰਹੇ, ਉਹ ਕਹਿ ਰਹੇ ਕਿ ਹੁਣ ਜਿਹੜਾ ਵਾ ਸਮਾਂ ਆ ਗਿਆ ਵਾ ਕਿ ਇਕਮੁੱਠ ਸਾਰੀਆਂ ਪਾਰਟੀਆਂ ਹੋ ਜਾਣ ਔਰ ਇਸ ਕਾਲੇ ਕਾਨੂੰਨ ਨੂੰ ਵਾਪਸ ਲਿੱਤਾ ਜਾਵੇ। ਚਲੋ, ਨਵਜੋਤ ਸਿੱਧੂ ਨੂੰ ਵੀ ਮੁੱਦਾ ਚਾਹੀਦਾ ਤਾਂ ਉਹ ਵੀ ਆ ਗਿਆ, ਭਗਵਾਨ ਚੰਗਾ। ਉਹ ਤਾਂ ਆਪ ਵਿਚਾਰਾ ਡੀਕ ਰਿਹਾ ਬੈਠਾ ਵੀ ਮੈਨੂੰ ਕੋਈ ਆਵਾਜ਼ ਮਾਰੇ। BJP ਆਵਾਜ਼ ਮਾਰੇਗੀ ਸਿੱਧੂ ਨੂੰ? ਇਹ ਹੁਣ ਕਿਆ ਕਹਿ ਸਕਦੇ ਹਾਂ, ਹਾਲੇ ਉਹਦਾ ਪਤਾ ਨਹੀਂ ਕਿਆ ਸੋਚ ਹੈ ਉਹਦੀ। ਲੇਕਿਨ BJP ਦੇ ਸੰਪਰਕ 'ਚ ਹੈ ਸਿੱਧੂ? ਨਹੀਂ, ਕੋਈ ਕੋਈ ਸੰਪਰਕ ਨਹੀਂ। ਉਹ ਤਾਂ ਹਾਲੇ ਸ਼ਾਂਤੀ ਨਾਲ ਬੈਠਾ, ਉਹਦਾ ਪਾਠ ਕਰ ਰਿਹਾ। BJP ਵੀ ਇੰਤਜ਼ਾਰ ਕਰ ਰਹੀ, ਨਜ਼ਰ ਰੱਖੀ ਕਿਹੜਾ ਕੌਣ ਕੀ ਨਹੀਂ, ਕਰ ਉਹ ਤਾਂ ਰਿਹਾ। ਹਾਲੇ ਆਪਣੇ ਆਰਾਮ ਨਾਲ ਬੈਠਾ ਪਾਠ ਕਰ ਰਿਹਾ। ਉਹ ਤਾਂ ਹੁਣ ਦੇਖ, ਹੁਣ ਸ਼ਰਾਧ ਆ ਗਏ, ਸ਼ਰਾਧ ਚਲੇ ਗਏ, ਹੁਣ ਲਾਉਣ ਦਾ ਮਹੀਨਾ ਆ ਗਿਆ। ਉਹ ਸੋਚਦਾ ਪਿਆ ਵੀ ਮੰਦਰ ਨਹੀਂ ਜਾ ਸਕਦੇ, ਕਿਤੇ ਪਾਠ ਨਹੀਂ ਕਰ ਸਕਦੇ, ਹਾਲੇ ਹੋਣਾ ਨਹੀਂ। ਉਹ ਲਾਉਣ ਦਾ ਮਹੀਨਾ ਟਪਾ ਕੇ ਫੈਸਲਾ ਕਰੂਗਾ ਵੀ ਕੀ ਕਰਨਾ। ਧੰਨਵਾਦ। ਹੈਗਾ ਸਨਾਤਨ ਲਿਸਟ। ਪਰ ਮੈਂ ਤੁਹਾਡੇ ਜ਼ਰੀਏ ਫਿਰ ਦੁਬਾਰਾ ਅਪੀਲ ਕਰਦਾ ਹਾਂ, ਜਿਹੜੇ ਲੋਕ ਸੱਤਿਆਗ੍ਰਹਿ, ਜਿਹੜੇ ਲੋਕ ਐਜੀਟੇਸ਼ਨਲ ਅਪਰੋਚ ਨਾਲ ਚੱਲ ਰਹੇ ਆ, ਐਜੀਟੇਸ਼ਨ ਨਾ ਕਰਨ। ਜੋ ਉਹਨਾਂ ਦੇ ਖਰਚੇ ਹੈ ਉਹ ਆਉਣ, ਅਸੀਂ ਗੱਲ ਕਰਕੇ ਦੂਰ ਕਰਾਉਣ ਨੂੰ ਤਿਆਰ ਹੈ, ਦੂਰ ਕਰਾਂਗੇ। ਔਰ ਉਹਨਾਂ ਨੂੰ ਵਿਸ਼ਵਾਸ ਦਿੰਦੇ ਹਾਂ ਕਿ MSP ਵੀ ਰਹੇਗੀ ਔਰ MSP ਦੇ ਆਧਾਰ ਤੇ ਪਰਚੇਜ਼ਸ ਹੋਣਗੀਆਂ ਔਰ ਕਿਸਾਨਾਂ ਨੂੰ ਉਹਨਾਂ ਦੀ ਉਪਜ ਦਾ ਸਹੀ ਮੁੱਲ ਮਿਲੂਗਾ। ਕਿਸਾਨਾਂ ਨੂੰ ਉਜਾੜਨ ਦਾ ਸਾਡਾ ਕੋਈ ਮਨਸ਼ਾ ਨਹੀਂ ਔਰ ਕੋਈ ਪਾਰਟੀ ਜਿਹੜੀ ਕਿਸਾਨਾਂ ਉਜਾੜੇਗੀ ਉਹ ਪਾਰਟੀ ਕਦੇ ਵੀ ਸੇਵਾ ਨਹੀਂ ਕਰ ਸਕਦੀ।
ਅਸੀਂ ਕਿਸਾਨਾਂ ਦੇ ਸੇਵਕ ਹਾਂ, ਅਸੀਂ ਕਿਸਾਨਾਂ ਦੇ ਵਿੱਚ ਰਹਿੰਦੇ ਹਾਂ ਔਰ ਕਿਸਾਨਾਂ ਦੇ ਹੱਕਾਂ ਦੀ ਪੂਰੀ ਰਾਖੀ ਕਰਾਂਗੇ। ਉਹਨਾਂ ਨੇ ਪੂਰਾ ਵਿਸ਼ਵਾਸ ਦਿੰਦੇ, ਲੇਕਿਨ ਐਜੀਟੇਸ਼ਨ ਨਾਲ ਹੱਲ ਨਹੀਂ ਹੋਣੀ, ਅਲਟੀਮੇਟਲੀ ਟੇਬਲ ਤੇ ਬਹਿ ਕੇ ਹੱਲ ਹੋਣੀ ਹੈ। ਤੇ ਅਸੀਂ ਉਹਨਾਂ ਨੂੰ ਟੇਬਲ ਤੇ ਆਮੰਤਰਿਤ ਕਰਦੇ ਹਾਂ, ਆਉਣ, ਜਿੱਥੇ ਆਉਣ, ਜਿਹੜੀ ਥਾਂ ਕਹਿਣ ਉੱਥੇ ਬੈਠ ਜਾਂਦੇ ਹਾਂ, ਜਿਹੜੇ ਟੇਬਲ ਤੇ ਕਹੋ ਉਸ ਟੇਬਲ ਤੇ ਬੈਠ ਜਾਂਦੇ, ਜਿਹੜੇ ਕਮਰੇ 'ਚ ਕਹੋ ਉਸ ਕਮਰੇ 'ਚ ਬਹਿ ਜਾਂਦੇ ਹਾਂ। ਅਸੀਂ ਤਾਂ ਜਿਹੜਾ ਕਿਸਾਨ ਦਾ ਘਰ ਹੁੰਦਾ ਹੈ, ਲਟੈਨ ਹੁੰਦੀ, ਉੱਤੇ ਬੈਠਣ ਨੂੰ ਤਿਆਰ ਹਾਂ। ਮੈਨੂੰ ਪਤਾ ਮੈਂ ਕਿਸਾਨ ਹਾਂ ਵੀ ਘਰ ਦੀ ਇੱਕ ਲਟੈਨ ਹੁੰਦੀ ਹੈ, ਇੱਕ ਬੈਲਾਂ ਦਾ ਕਮਰਾ ਹੁੰਦਾ, ਇੱਕ ਤੂੜੀ ਦਾ ਕਮਰਾ ਹੁੰਦਾ, ਇੱਕ ਅਨਾਜ ਦਾ ਕਮਰਾ ਹੁੰਦਾ। ਸੋ ਅਸੀਂ ਤਾਂ ਜਿੱਥੇ ਕਹਿਣ ਉੱਥੇ ਬੈਠਣ ਨੂੰ ਤਿਆਰ ਹਾਂ ਗੱਲਬਾਤ ਕਰਨ ਨੂੰ। ਸੋ ਮੇਰੀ ਪਾਰਟੀ ਬਿਲਕੁਲ ਕਲੋਜ਼ ਡੋਰ ਨਹੀਂ ਹੈ, ਮੇਰੀ ਪਾਰਟੀ ਰਿਜਿਡ ਨਹੀਂ ਹੈ, ਮੇਰੀ ਪਾਰਟੀ ਕਿਸਾਨਾਂ ਦੇ ਖਿਲਾਫ ਨਹੀਂ ਹੈ, ਮੇਰੀ ਪਾਰਟੀ ਕਿਸਾਨਾਂ ਵਾਸਤੇ ਪੂਰੀ ਹਮਦਰਦ ਹੈ। ਇਸੇ ਕਰਕੇ ਹਿੰਦੁਸਤਾਨ ਦੇ ਕਿਸਾਨ ਨੇ ਜਿਹੜੇ 14 ਦੇ ਰਿਜ਼ਲਟ ਨਾਲੋਂ ਵੱਧ ਸਾਨੂੰ ਸੀਟਾਂ ਦਿੱਤੀਆਂ, ਕਿਉਂਕਿ ਅਸੀਂ ਉਹਨਾਂ ਦੀ ਬਿਹਤਰੀ ਸੋਚ ਰਹੇ ਹਾਂ। ਔਰ ਦੇਖੋ ਕਿਸਾਨ ਨੂੰ ਕਿੰਨੇ ਪੈਸੇ ਅਸੀਂ ਦੇ ਦਿੱਤੇ, ਹੁਣ ਵੀ ਦੇ ਰਹੇ। ਗਰੀਬ ਦਾ ਨਾਰਾ ਸਾਰੇ ਮਾਰ ਰਹੇ, ਗਰੀਬੀ ਹਟਾਓ, ਗਰੀਬੀ ਹਟਾਓ। ਅਗਰ ਗਰੀਬ ਨੂੰ ਮਦਦ ਕਿਸੇ ਪ੍ਰਧਾਨ ਮੰਤਰੀ ਨੇ ਦਿੱਤੀ ਆ, ਉਹ ਜਿਹੜੇ ਪ੍ਰਧਾਨ ਮੰਤਰੀ ਦੇ ਜਿਨ੍ਹਾਂ ਦਾ ਪ੍ਰਧਾਨ ਮੰਤਰੀ ਬਾਪ ਦਾ, ਦਾਦਾ ਦਾ, ਨਾਨਾ ਦਾ, ਉਹ ਨਹੀਂ ਦੇ ਸਕੇ। ਕਿਸਾਨਾਂ ਨੂੰ ਮਦਦ ਉਹਨੇ ਦਿੱਤੀ ਹੈ ਜਿਹਦਾ ਬਾਪ ਚਾਹ ਦੀ ਦੁਕਾਨ ਕਰਦਾ ਤਾ। ਕਿਸਾਨਾਂ ਨੂੰ ਮਦਦ ਉਹਨੇ ਦਿੱਤੀ ਜਿਹਦੀ ਮਾਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਬੱਚਿਆਂ ਨੂੰ ਪਾਲ ਦਿੱਤੀ। ਉਹਨੇ ਗਰੀਬੀ ਦੇਖੀ ਹੋਈ ਹੈ। ਇਸ ਕਰਕੇ ਕਿਸਾਨ ਦੀ ਔਰ ਗਰੀਬ ਵਰਗ ਦੀ ਮਦਦ ਕਰਨ ਵਾਸਤੇ ਅਗਰ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਬੀੜਾ ਚੁੱਕਿਆ ਔਰ ਕੰਮ ਕੀਤਾ, ਉਹ ਨਰਿੰਦਰ ਮੋਦੀ ਉਹਦਾ ਨਾਮ। ਨਿਊਜ਼ 18 ਨਾਲ ਗੱਲਬਾਤ ਕਰਨ ਲਈ ਧੰਨਵਾਦ। ਤਾਂ ਮਦਨ ਮੋਹਨ ਮਿੱਤਲ ਸਾਹਿਬ ਕਹਿ ਰਹੇ ਨੇ ਕਿ ਅਗਰ ਅਕਾਲੀ ਦਲ ਇਕੱਲੇ ਚੋਣ ਲੜਨਾ ਚਾਹੁੰਦਾ ਹੈ ਤਾਂ ਬੀਜੇਪੀ ਵੀ ਤਿਆਰ ਹੈ। ਬੀਜੇਪੀ ਕੋਲ ਵੀ 117 ਦੇ 117 ਉਮੀਦਵਾਰ ਨੇ ਔਰ ਕੁਝ ਉਹਨਾਂ 'ਚ ਅਕਾਲੀ, ਕਾਂਗਰਸ ਦੇ ਵੀ ਬੀਜੇਪੀ 'ਚ ਆਉਣਾ ਚਾਹੁੰਦੇ ਨੇ। ਔਰ ਨਾਲ ਹੀ ਨਾਲ ਕਿਸਾਨਾਂ ਦੇ ਮਸਲੇ ਤੇ ਕਹਿ ਰਹੇ ਨੇ ਕਿ ਕਿਸਾਨੀ ਦੇ ਮਸਲੇ ਤੇ ਸਿਰਫ ਔਰ ਸਿਰਫ ਅਕਾਲੀ ਦਲ ਹੋਵੇ, ਕਾਂਗਰਸ ਹੋਵੇ, ਕਿਸਾਨਾਂ ਨੂੰ ਬਰਗਲਾ ਰਹੀ ਹੈ। ਇਹ ਜਿਹੜੇ ਨਵੇਂ ਬਿੱਲ ਆਏ ਨੇ ਇਹ ਕਿਸਾਨ ਪੱਖੀ ਨੇ ਔਰ ਕਿਸਾਨਾਂ ਨੂੰ ਇਸ ਦਾ ਲਾਹਾ ਮਿਲੇਗਾ। ਕੈਮਰਾਮੈਨ ਵਿਨੋਦ ਦੇ ਨਾਲ ਪੰਕਜ ਕਪਾਈ, ਨਿਊਜ਼ 18 ਚੰਡੀਗੜ੍ਹ। ਤਾਂ ਦਿਲਚਸਪ ਤਾਂ ਬਹੁਤ ਹੈ ਇਸ ਸਮੇਂ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਗਠਜੋੜ ਦੇ ਵਿਚਾਲੇ ਤਲਵਾਰਾਂ ਖਿੱਚੀਆਂ ਹੋਈਆਂ ਨੇ ਤੇ ਮਦਨ ਮੋਹਨ ਮਿੱਤਲ ਉਹੀ ਆਗੂ ਨੇ ਜੋ ਇਸ ਤੋਂ ਪਹਿਲਾਂ ਵੀ ਕਈ ਵਾਰ ਬਹੁਤ ਹਮਲਾਵਰ ਅਕਾਲੀ ਦਲ ਦੇ ਉੱਤੇ ਨਜ਼ਰ ਆਏ ਨੇ। ਬੀਜੇਪੀ ਦੇ ਸੀਨੀਅਰ ਲੀਡਰ ਮਦਨ ਮੋਹਨ ਮਿੱਤਲ ਹੈਗੇ ਨੇ। ਅਸੀਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ ਇੱਥੇ, ਫੌਰਨ ਵਾਪਸ ਆਵਾਂਗੇ ਕੁਝ ਹੋਰ ਖਬਰਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅਸੀਂ ਅਕਾਲੀ ਭਾਜਪਾ ਗਠਜੋੜ ਦਾ ਜ਼ਿਕਰ ਕਰ ਰਹੇ ਹਾਂ। ਇਸ ਸਮੇਂ ਦੋਵਾਂ ਦੇ ਵਿਚਾਲੇ ਤਲਵਾਰਾਂ ਖਿੱਚੀਆਂ ਨਜ਼ਰ ਆ ਰਹੀਆਂ ਨੇ। ਤਲਖ ਬਿਆਨਬਾਜ਼ੀ ਦੋਵੇਂ ਧਿਰਾਂ ਦੇ ਆਗੂਆਂ ਦੇ ਵੱਲੋਂ ਹੋ ਰਹੀ ਹੈ ਤੇ ਹੁਣ ਮਦਨ ਮੋਹਨ ਮਿੱਤਲ ਬੀਜੇਪੀ ਦੇ ਪੰਜਾਬ 'ਚ ਸੀਨੀਅਰ ਆਗੂ, ਸਾਬਕਾ ਮੰਤਰੀ, ਤੇ ਉਹ ਕਹਿ ਰਹੇ ਨੇ ਕਿ ਅਕਾਲੀ ਦਲ ਨੂੰ ਲੈ ਕੇ ਬੜੇ ਹਮਲਾਵਰ ਨੇ। ਉਹਨਾਂ ਦੇ ਵੱਲੋਂ ਤਿੱਖੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਤੇ ਕਹਿ ਰਹੇ ਨੇ ਕਿ ਜਿਹੜੇ ਦਾਗ ਨੇ ਅਕਾਲੀਆਂ ਤੋਂ ਬੇਅਦਬੀਆਂ ਦੇ ਹਟੇ ਨਹੀਂ ਨੇ। ਇਹ ਮਦਨ ਮੋਹਨ ਮਿੱਤਲ, ਅਕਾਲੀ ਦਲ ਦੀ ਭਾਈਵਾਲ ਪਾਰਟੀ, ਬੀਜੇਪੀ ਦੇ ਸੀਨੀਅਰ ਆਗੂ ਉਹ ਕਹਿ ਰਹੇ ਨੇ। ਉਹ ਕਹਿ ਰਹੇ ਨੇ ਕਿ ਮੇਰੇ ਮੂੰਹ ਤੇ ਅਜੇ ਵੀ ਤਾਲਾ ਲੱਗਿਆ ਹੋਇਆ ਹੈ। ਨਿਊਜ਼ 18 ਦੇ ਨਾਲ ਉਹਨਾਂ ਨੇ ਖਾਸ ਗੱਲਬਾਤ ਕੀਤੀ ਹੈ ਮਦਨ ਮੋਹਨ ਮਿੱਤਲ ਨੇ। ਤਾਂ ਬਹੁਤ ਸਾਰੇ ਅਹਿਮ ਪੁਆਇੰਟਸ ਦੇ ਉੱਤੇ ਉਹ ਜ਼ਿਕਰ ਕਰਦੇ ਨਜ਼ਰ ਆਏ। ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਬਿਲਕੁਲ ਤਿਆਰ ਹਾਂ, ਅਸੀਂ ਤਾਂ 117 ਸੀਟਾਂ ਦੇ ਉੱਤੇ ਚੋਣ ਲੜਨ ਦੇ ਲਈ ਤਿਆਰ ਹਾਂ। ਬਾਰ-ਬਾਰ ਤੁਸੀਂ ਕਹਿ ਸਕਦੇ ਹੋ ਕਿ ਮਦਨ ਮੋਹਨ ਮਿੱਤਲ ਹੀ ਉਹ ਚਿਹਰਾ ਹੈ ਜਿਹੜਾ ਲਗਾਤਾਰ ਇਸ ਗਠਜੋੜ ਦੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਸਵਾਲ ਚੁੱਕਦਾ ਰਿਹਾ ਹੈ, ਕਿਉਂਕਿ ਜੋ ਫਾਰਮੂਲਾ ਹੁਣ ਤੱਕ ਅਪਣਾਇਆ ਗਿਆ ਜਿਸ ਦੇ ਤਹਿਤ ਇਹ ਪੂਰੇ ਇਲੈਕਸ਼ਨ ਲੜੇ ਜਾਂਦੇ ਨੇ ਪੰਜਾਬ ਦੇ ਵਿੱਚ 94-23 ਵਾਲੇ ਫਾਰਮੂਲੇ ਤੇ ਕਿ 23 ਸੀਟਾਂ ਤੇ ਬੀਜੇਪੀ ਲੜੇਗੀ, 94 ਦੇ ਉੱਤੇ ਜਾ ਕੇ ਸ਼੍ਰੋਮਣੀ ਅਕਾਲੀ ਦਲ। ਤਾਂ ਹੁਣ ਮਦਨ ਮੋਹਨ ਮਿੱਤਲ ਕਹਿ ਰਹੇ ਨੇ ਕਿ ਅਸੀਂ 50-50 ਦੇ ਮੂਡ ਦੇ ਵਿੱਚ ਹਾਂ। ਅਸੀਂ 58-59 ਸੀਟਾਂ ਸਾਨੂੰ ਪੰਜਾਬ ਦੇ ਵਿੱਚ ਚਾਹੀਦੀਆਂ ਨੇ। ਅਕਾਲੀ ਦਲ ਅੱਧੀਆਂ ਸੀਟਾਂ ਤੇ ਲੜੇ, ਅਸੀਂ ਅੱਧੇ ਸੀਟਾਂ ਦੇ ਉੱਤੇ ਚੋਣ ਲੜਾਂਗੇ। ਹਾਲਾਂਕਿ ਅਕਾਲੀ ਦਲ ਇਸ ਦੇ ਉੱਤੇ ਕਿੰਨਾ ਸਟੈਂਡ ਲੈਂਦਾ ਹੈ, ਕਿਉਂਕਿ ਜਿਵੇਂ ਪੰਕਜ ਮੇਰੇ ਸਹਿਯੋਗੀ ਵੀ ਜ਼ਿਕਰ ਕਰ ਰਹੇ ਸੀ ਕਿ ਨਰੇਸ਼ ਗੁਜਰਾਲ ਤਾਂ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨੇ। ਉਹ ਕਹਿੰਦੇ ਨੇ ਸਾਡੇ ਕੋਲ ਤਾਂ ਹਰ ਸੀਟ ਤੇ 2 ਉਮੀਦਵਾਰ ਤਿਆਰ ਨੇ, ਯਾਨੀ ਕਿ ਸਾਡੇ ਕੋਲ ਤਾਂ ਉਮੀਦਵਾਰ 234 ਤਿਆਰ ਨੇ 117 ਸੀਟਾਂ ਦੇ। ਯਾਨੀ ਕਿ ਜਿਹੜੇ ਬੀਜੇਪੀ ਦੇ ਖਾਤੇ ਦੇ ਹਲਕੇ ਨੇ ਉੱਥੇ ਵੀ ਅਕਾਲੀ ਦਲ ਦਾਅਵਾ ਕਰ ਰਿਹਾ ਕਿ ਸਾਡੇ ਕੋਲ ਉੱਥੇ ਵੀ ਕੈਡਰ ਤੇ ਲੀਡਰ ਦੋਵੇਂ ਮੌਜੂਦ ਨੇ। ਤਾਂ ਕੀ ਇਹ ਬਿਆਨਬਾਜ਼ੀ ਤਲਖੀ ਕੋਈ ਵੱਡੀ ਫੇਰਬਦਲ ਜਾਂ ਕਹੀਏ ਕਿ ਸਿਆਸਤ ਦੇ ਵਿੱਚ ਕੋਈ ਵੱਡੀ ਫੇਰਬਦਲ ਹੋ ਸਕਦੀ ਹੈ, ਉਸ ਨੂੰ ਲੈ ਕੇ ਹੋ ਰਹੀ ਹੈ ਕਿ ਇਹ ਬਿਆਨਬਾਜ਼ੀ ਉੱਥੇ ਜਾ ਕੇ ਰੁਕੇਗੀ ਜਾਂ ਫਿਰ ਇੱਕ ਵਾਰੀ ਜਿਵੇਂ ਪਹਿਲਾਂ ਵੀ ਹੁੰਦਾ ਆ ਕਿ ਜਦੋਂ ਪੰਜਾਬ ਲੈਵਲ ਦੇ ਲੀਡਰ ਬੋਲਦੇ ਨੇ ਉਹ ਬਹੁਤ ਤਲਖ ਸ਼ਬਦਾਂ ਦੇ ਵਿੱਚ, ਖਾਸ ਤੌਰ ਤੇ ਬੀਜੇਪੀ ਦੇ ਆਗੂ ਬਹੁਤ ਤਲਖ ਸ਼ਬਦਾਂ ਦੇ ਵਿੱਚ ਜ਼ਿਕਰ ਕਰ ਦਿੰਦੇ ਨੇ, ਪਰ ਉਸ ਤੋਂ ਬਾਅਦ ਜਦੋਂ ਗੱਲ ਹਾਈਕਮਾਨ ਤੱਕ ਪਹੁੰਚਦੀ ਹੈ ਤਾਂ ਮਾਮਲਾ ਬਹੁਤ ਠੰਡਾ ਹੀ ਹਮੇਸ਼ਾ ਤੋਂ ਨਜ਼ਰ ਆਇਆ ਹੈ। ਪਰ ਹੁਣ ਮਦਨ ਮੋਹਨ ਮਿੱਤਲ ਦੀ ਇਹ ਸਟੇਟਮੈਂਟ ਕੀ ਇਸ ਦੇ ਮਾਇਨੇ ਕੱਢੇ ਜਾਣ, ਕਿ ਇਸ ਦੇ ਅੱਗੇ ਜਾ ਕੇ ਜਿਹੜੇ ਇਫੈਕਟਸ ਨੇ ਉਹ ਦੇਖ ਸਕਦੇ ਨੇ। ਪਰ ਫਿਲਹਾਲ ਦੇ
ਤੁਸੀਂ ਦੌਰ ਦੇ ਵਿੱਚ ਦੇਖੋ ਬਿੱਲਾਂ ਦਾ ਵਿਰੋਧ ਅਕਾਲੀ ਦਲ ਕਰ ਰਿਹਾ ਹੈ, ਕੇਂਦਰ ਦੀ ਸਰਕਾਰ ਦੇ ਅਸਤੀਫਾ ਦੇ ਦਿੱਤਾ ਗਿਆ ਤੇ ਦੂਜੇ ਪਾਸੇ ਜਿਹੜੀ ਗੱਲ ਅਸੀਂ ਬੀਜੇਪੀ ਦੀ ਕਰੀਏ ਤਾਂ ਬੀਜੇਪੀ ਪਲਟਵਾਰ ਕਰ ਰਹੀ ਹੈ। ਇਹ ਸਿਰਫ ਪੰਜਾਬ ਤੱਕ ਸੀਮਿਤ ਨਹੀਂ। ਦਿਨ 'ਚ ਅਸੀਂ ਓਪੀ ਧਨਖੜ ਦੇ ਨਾਲ ਗੱਲਬਾਤ ਕੀਤੀ ਸੀ, ਹਰਿਆਣਾ ਦੇ ਵੱਡੇ ਆਗੂ ਨੇ, ਹਰਿਆਣਾ ਬੀਜੇਪੀ ਦੇ ਪ੍ਰਧਾਨ ਨੇ, ਉਹ ਵੀ ਇਹ ਗੱਲ ਕਹਿੰਦੇ ਨਜ਼ਰ ਆਏ ਸੀ ਕਿ ਅਕਾਲੀ ਦਲ ਇਸ ਚੀਜ਼ ਨੂੰ ਸਮਝ ਨਹੀਂ ਪਾਇਆ ਤੇ ਉਹਨੇ ਇੱਥੇ ਤੱਕ ਕਹਿ ਦਿੱਤਾ ਸੀ ਕਿ ਕੈਪਟਨ ਵਾਲੀ ਬੋਲੀ ਬੋਲਣ ਦੇ ਵਿੱਚ ਲੱਗ ਗਿਆ ਅਕਾਲੀ ਦਲ। ਖੈਰ ਇਲਜ਼ਾਮ ਤਰਾਸ਼ੀਆਂ ਨੇ ਸਿਆਸਤ ਦੇ ਵਿੱਚ ਹਮੇਸ਼ਾ ਚੱਲਦੀਆਂ ਰਹਿੰਦੀਆਂ ਨੇ, ਪਰ ਦੇਖਣਾ ਹੋਵੇਗਾ ਕਿ ਅਕਾਲੀ ਦਲ ਹੁਣ ਇਸ ਪੂਰੇ ਮੁੱਦੇ ਉੱਤੇ ਮਦਨ ਮੋਹਨ ਮਿੱਤਲ ਦੀ ਸਟੇਟਮੈਂਟ ਦੇ ਉੱਤੇ ਕਿਵੇਂ ਰਿਐਕਟ ਕਰਦਾ ਹੈ ਜਾਂ ਨਹੀਂ ਕਰਦਾ, ਕਿਉਂਕਿ ਇੱਥੇ ਇਹ ਵੀ ਇੱਕ ਸਵਾਲ ਹੈ ਕਿ ਇਸ ਤੋਂ ਪਹਿਲਾਂ ਵੀ ਮਦਨ ਮੋਹਨ ਮਿੱਤਲ ਕਈ ਵਾਰ ਤਲਖ ਬਿਆਨਬਾਜ਼ੀ ਕਰ ਚੁੱਕੇ ਨੇ ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਇਹੀ ਕਹਿ ਕੇ ਪਾਸਾ ਵੜ ਜਾਂਦੇ ਨੇ ਕਿ ਬੀਜੇਪੀ ਦੇ ਸੀਨੀਅਰ ਆਗੂ ਦੱਸਣਗੇ ਜਾਂ ਬੋਲਣਗੇ, ਅਸੀਂ ਉਸ ਤੋਂ ਬਾਅਦ ਹੀ ਇਸ ਦੇ ਉੱਤੇ ਰਿਐਕਟ ਕਰਾਂਗੇ। ਤੇ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਤੁਸੀਂ ਬਣੇ ਰਹੋ ਨਿਊਜ਼ 18 ਦੇ ਨਾਲ।